ਹੈਲੋ ਐਂਡ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਅੱਜ ਦੇ ਸ਼ੋਅ ਵਿੱਚ ਆਪਾਂ ਸਪੈਸ਼ਲੀ ਜੋ ਹੈ ਆਸਟ੍ਰੇਲੀਆ ਬਾਰੇ ਗੱਲ ਕਰਨੀ ਹੈ। ਇਨਟੇਕਸ ਜਿਹੜੇ ਹੁਣ ਚੱਲ ਰਹੇ ਨੇ, ਕਿਸ ਤਰ੍ਹਾਂ ਦਾ ਸਕਸੈਸ ਰੇਟ ਆ ਰਿਹਾ, ਆਉਣ ਵਾਲੇ ਇਨਟੇਕਸ ਬਾਰੇ ਵੀ ਗੱਲ ਕਰਾਂਗੇ। ਬਹੁਤ ਸਾਰੇ ਸਵਾਲ ਸਾਡੇ ਕੋਲ ਸਟੂਡੈਂਟਸ ਆਏ ਹੋਏ ਨੇ ਤੇ ਅੱਜ ਦੀ ਡਿਸਕਸ਼ਨ ਦੇ ਲਈ ਸਾਡੇ ਨਾਲ ਮੌਜੂਦ ਨੇ ਜੀ ਸ਼ੋਅ ਦੇ ਵਿੱਚ ESS ਗਲੋਬਲ ਇਮੀਗ੍ਰੇਸ਼ਨਸ ਤੋਂ ਵੀਜ਼ਾ ਐਕਸਪਰਟ ਮਿਸਟਰ ਰੋਹਿਤ ਸੇਠੀ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਸਰ ਆਸਟ੍ਰੇਲੀਆ ਬਾਰੇ ਬਹੁਤ ਸਾਰੇ ਸਵਾਲ ਲਗਾਤਾਰ ਸਟੂਡੈਂਟਸ ਦੇ ਆ ਰਹੇ ਨੇ ਸਾਡੇ ਕੋਲ ਤੇ ਜ਼ਰੂਰ ਜਾਣਨਾ ਚਾਹਾਂਗੇ ਫਿਲਹਾਲ ਕਿ ਜਿਹੜੇ ਇਨਟੇਕਸ ਵਿੱਚ ਹੁਣ ਸਟੂਡੈਂਟਸ ਨੇ ਅਪਲਾਈ ਕੀਤਾ ਸੀ, ਕਿਸ ਤਰ੍ਹਾਂ ਦਾ ਸਕਸੈਸ ਰੇਟ ਆ ਰਿਹਾ ਹੈ, ਰਿਫਿਊਜ਼ਲ ਰੇਟ ਜ਼ਿਆਦਾ ਤਾਂ ਨਹੀਂ, ਔਰ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਦੇ ਉੱਪਰ ਵਧੀਆ ਤਰੀਕੇ ਨਾਲ ਵੀਜ਼ਾਸ ਲੱਗ ਰਹੇ ਨੇ। ਆ ਦੇਖੋ, ਜੁਲਾਈ ਇਨਟੇਕ ਜਿਹੜਾ ਆਸਟ੍ਰੇਲੀਆ ਦਾ ਪਹਿਲਾ ਇਨਟੇਕ ਸੀਗਾ ਆਫਟਰ ਦਾ ਬਾਰਡਰ ਓਪਨਿੰਗ, ਬੜਾ ਸਕਸੈਸਫੁਲ ਰਿਹਾ। ਸਲੋ ਸੀਗਾ ਜੀ, ਸਲੋ ਤੋਂ ਮਤਲਬ ਹੈ ਹਾਈ ਕਮਿਸ਼ਨ ਨੇ ਆਲਮੋਸਟ 12 ਹਫ਼ਤੇ ਦੇ ਕਰੀਬ ਡਿਸੀਜਨ ਨੂੰ ਲਾਇਆ ਤੇ ਉਹਨਾਂ ਨੇ ਇੱਕ ਵੈਬੀਨਾਰ ਵੀ ਕੀਤਾ ਜਿਸ 'ਚ ਉਹਨਾਂ ਨੇ ਸਪਸ਼ਟ ਤਰੀਕੇ ਨਾਲ ਕਿਹਾ 109 ਦਿਨ ਲੱਗਦੇ ਪਏ ਨੇ ਅੱਜ ਦੀ ਡੇਟ ਦੇ ਵਿੱਚ ਸਾਨੂੰ ਬੱਚਿਆਂ ਦੀ ਫਾਈਲ ਪ੍ਰੋਸੈਸ ਕਰਨ ਲਈ, ਜੋ ਕਿ ਅਸੀਂ ਐਫਰਟ ਕਰਦੇ ਪਏ ਆ ਐਂਡ ਕਮਿਟਮੈਂਟ ਕਿਤੇ ਨਾ ਕਿਤੇ ਕਰਦੇ ਪਏ ਆ ਵੀ ਆਉਣ ਵਾਲੇ ਇਨਟੇਕ 'ਚ 30 ਦਿਨਾਂ ਦੇ ਵਿੱਚ ਪ੍ਰੋਸੈਸਿੰਗ ਟਾਈਮ ਰਹੇਗਾ। ਡਿਸੀਜਨ ਜਿਹੜੇ ਹੈ ਪੋਜ਼ਿਟਿਵ ਦੇਖਣ ਨੂੰ ਮਿਲੇ ਸਟਾਰਟ ਡੇਟ ਦੇ ਬਹੁਤ ਨੇੜੇ। ਫॉर ਐਗਜ਼ਾਮਪਲ 25 ਤਰੀਕ ਨੂੰ ਜੇ ਕੋਈ ਕੋਰਸ ਸਟਾਰਟ ਹੋ ਰਿਹਾ ਸੀਗਾ, 25 ਤਰੀਕ ਤੋਂ ਇੱਕ ਹਫ਼ਤਾ ਪਹਿਲਾਂ ਵੀਜ਼ਿਆਂ ਦੀ ਇੱਕਦਮ ਲਾਈਨ ਲੱਗਣੀ ਸ਼ੁਰੂ ਹੋ ਗਈ। ਵਨ ਆਫਟਰ ਅਨਦਰ ਵੀਜ਼ੇ ਆਣੇ ਸ਼ੁਰੂ ਹੋਏ, ਸਪਾਊਸ ਕੇਸ ਕੀ, ਬੱਚਿਆਂ ਦੇ ਨਾਲ ਕੀ, ਵੀਜ਼ਾ ਸਕਸੈਸ ਵਾਜ਼ ਵੈਰੀ ਗੁੱਡ। ਇਸ ਪੂਰੇ ਇਨਟੇਕ ਦੇ ਵਿੱਚ ਵੀ ਹੈਡ ਟੂ ਸੀ 4 ਰਿਫਿਊਜ਼ਲਸ ਓਨਲੀ। ਓਕੇ, ਹੁਣ ਉਹ ਵੀ ਅਗੇਨ ਪ੍ਰੋਫਾਈਲ ਟੂ ਪ੍ਰੋਫਾਈਲ ਹੁੰਦੇ ਨੇ, ਉਹ ਜਨਰਿਕ ਰਿਫਿਊਜ਼ਲ ਨਹੀਂ ਹੁੰਦੇ। ਪਰ ਉਹਦੇ ਇੱਕ ਚੀਜ਼ ਜਿਹੜੀ ਸਪਸ਼ਟ ਦੇਖਣ ਨੂੰ ਮਿਲੀ, ਕਿਉਂਕਿ ਸਾਡੀ ਆਦਤ ਹੈ ਜਦ ਵੀ ਇੱਕ ਰਿਫਿਊਜ਼ਲ ਆਉਂਦਾ ਹੈ ਉਹਦੀ ਤਹਿ ਤੱਕ ਪਹੁੰਚਣਾ ਇੱਕ ESS ਦਾ ਇੱਕ ਕੁਆਲਿਟੀ ਹੈ ਜਿਹਦੇ ਵਿੱਚ ਅਗਲੀਆਂ ਫਾਈਲਾਂ ਦੇ ਵਿੱਚ ਅਸੀਂ ਕੀ ਬਦਲਾਵ ਕਰ ਸਕਦੇ ਹਾਂ ਜਾਂ ਉਹਨੂੰ ਚੰਗੀ ਤਰ੍ਹਾਂ ਕਿਵੇਂ ਪੇਸ਼ ਕਰ ਸਕਦੇ ਹਾਂ। ਇੱਕ ਰਿਫਿਊਜ਼ਲ ਦੇ ਵਿੱਚ ਲਿਖਿਆ ਆਇਆ ਵੀ ਤੁਸੀਂ ਜਿਹੜਾ ਆਪਣਾ ਵਰਕ ਐਕਸਪੀਰੀਅੰਸ ਕਲੇਮ ਕੀਤਾ ਹੈ ਉਹ ਅਸੀਂ ਕਿਸੇ ਵੀ ਇੰਡੀਪੈਂਡੈਂਟ ਬਾਡੀ ਨਾਲ ਵੈਰੀਫਾਈ ਨਹੀਂ ਕਰ ਸਕਦੇ, ਜਿਹਦੇ ਲਈ ਇਹ ਲਿਮਿਟੇਸ਼ਨ ਬਣ ਗਿਆ ਤੇ ਸਾਨੂੰ ਡਾਊਟ ਹੈ ਤੁਹਾਡੇ ਐਕਸਪੀਰੀਅੰਸ ਦੇ ਉੱਤੇ। ਹੁਣ ਜਦ ਤਹਿ ਤੱਕ ਜਾਣਾ ਸ਼ੁਰੂ ਹੋਏ ਤਾਂ ਉਸ 'ਚ ਪਤਾ ਲੱਗਿਆ ਜੀ ਇਸ ਐਪਲੀਕੈਂਟ ਨੇ ਸਿਰਫ ਇੱਕ ਵਰਕ ਐਕਸਪੀਰੀਅੰਸ ਡਾਕੂਮੈਂਟੇਸ਼ਨ ਦਿੱਤਾ ਸੀਗਾ, ਸੈਲਰੀ ਉਹਦਾ ਕੈਸ਼ ਸੀਗਾ, ਬਟ ਉਹਨੇ ਨਾਲ ITR ਸਪੋਰਟ ਨਹੀਂ ਕੀਤੀ। ਆਪਣੇ ਫੈਕਟਰ ਹੁੰਦੇ, ਕਈ ਬੰਦੇ ਕਹਿੰਦੇ ਅਸੀਂ ITR ਫਾਈਲ ਨਹੀਂ ਕਰਨੀ, ਕਈ ਐਜ਼ ਪਰ ਦਾ ਐਡਵਾਈਸ ਚੱਲਦੇ ਨੇ। ਉਹ ਐਜ਼ ਅ ਕਲਾਇੰਟ ਯੂ ਹੈਵ ਟੂ ਡਿਸਾਈਡ ਕਿਸ ਪਾਸੇ ਜਾਣਾ। ਹਾਊਐਵਰ ਉਸ ਇੱਕ ਚੀਜ਼ ਦੀ ਐਬਸੈਂਸ ਕਰਕੇ ਵੀਜ਼ਾ ਫਾਈਲ ਦੇ ਵਿੱਚ, ਕਿਉਂਕਿ ਜਿਹੜਾ ਵਰਕ ਐਕਸਪੀਰੀਅੰਸ ਸੀਗਾ ਉਹਨੂੰ ਤਸਦੀਦ ਕਰਨ ਵਾਲਾ ਇੰਪਲੋਇਰ ਹੈ, ਓਨਲੀ ਇੰਪਲੋਇਰ ਹੈ। ਵੈਰਐਜ਼ ਹਾਈ ਕਮਿਸ਼ਨ ਆਪਣੀ ਵੈਬਸਾਈਟ ਤੇ ਕਹਿ ਕੇ ਚੱਲਦੀ ਹੈ ਸਾਨੂੰ ਉਹ ਕਾਗਜ਼ ਦਿਓ ਜਿਹੜੇ ਇੰਡੀਪੈਂਡੈਂਟਲੀ ਵੈਰੀਫਾਈਏਬਲ ਹੋਣ। ਥਰਡ ਪਾਰਟੀ ਜਿਨ੍ਹਾਂ ਨਾਲ ਤੁਹਾਡੇ ਨਾਲ ਕੋਈ ਸੰਬੰਧ ਨਹੀਂ, ਨਾ ਤੁਹਾਡਾ ਏਜੰਟ, ਨਾ ਤੁਹਾਡਾ ਇੰਪਲੋਇਰ, ਨਾ ਤੁਹਾਡਾ ਆਪਣਾ ਕੋਈ ਫੈਮਿਲੀ ਮੈਂਬਰ, ਥਰਡ ਪਾਰਟੀ ਵੈਰੀਫਾਈਏਬਲ ਹੋਏਗਾ, ਅਸੀਂ ਉਸ ਨੂੰ ਇੱਕ ਵੈਰੀਫਾਈਏਬਲ ਡਾਕੂਮੈਂਟ ਮੰਨਾਂਗੇ। ਦੈਟ ਵਾਜ਼ ਵਨ ਰਿਫਿਊਜ਼ਲ ਜਿਹਨੇ ਸਾਰੀਆਂ ਸੋਚਣ ਦੀਆਂ ਖਿੜਕੀਆਂ ਖੋਲ੍ਹਤੀਆਂ ਵੀ ਹਾਈ ਕਮਿਸ਼ਨ ਕਿਤੇ ਨਾ ਕਿਤੇ ਹੁਣ ਆਉਣ ਵਾਲੇ ਇਨਟੇਕ ਦੇ ਵਿੱਚ ਥਰਡ ਪਾਰਟੀ ਵੈਰੀਫਿਕੇਸ਼ਨ ਨੂੰ ਅੱਗੇ ਲੈ ਕੇ ਜਾਏਗੀ ਹੀ ਜਾਏਗੀ। ਇਹਦਾ ਸ਼ੁਰੂਆਤ ਹੋਈ ਸੀਗੀ, ਜੇ ਤੁਹਾਨੂੰ ਯਾਦ ਹੋਵੇ, ਮਈ ਦੇ ਵਿੱਚ ਜਦ ਹੈਦਰਾਬਾਦ ਦੇ ਵਿੱਚ 4-5 ਬੱਚਿਆਂ ਦੇ ਉੱਤੇ FIR ਦਰਜ ਹੋਇਆ ਸੀਗਾ US ਕੌਂਸੂਲੇਟ ਵੱਲੋਂ, ਜਿਹਦੇ ਵਿੱਚ ਫੇਕ ਡਾਕੂਮੈਂਟੇਸ਼ਨ ਪ੍ਰੋਵਾਈਡ ਕੀਤੇ ਗਏ ਸੀਗੇ। ਉਹ ਫੜੇ ਗਏ ਤੇ ਉਸ ਫੜੇ ਜਾਣ ਕਰਕੇ ਆਸਟ੍ਰੇਲੀਅਨ ਹਾਈ ਕਮਿਸ਼ਨ ਬਹੁਤ ਜ਼ਿਆਦਾ ਸੁਚੇਤ ਹੋ ਗਈ ਵੀ ਇਹ ਸਾਡੇ ਨਾਲ ਵੀ ਹੋ ਸਕਦਾ ਹੈ। ਉਸ ਤੋਂ ਬਾਅਦ ਰਿਪੋਰਟ ਆਈ ਸੀਗੀ ਵੀ ਇੰਡੀਆ ਦੇ ਵਿੱਚ 6 ਮਹੀਨਿਆਂ ਦੇ ਵਿੱਚ 600 ਫਰਾਡ ਕੇਸ ਐਵਰੇਜਲੀ ਆ ਰਿਹਾ ਹੈ। 100 ਦੀ ਐਵਰੇਜ ਹਰ ਮਹੀਨੇ ਦੀ ਬਣੀ ਹੋਈ ਹੈ ਪੰਜਾਬ ਐਂਡ ਹਰਿਆਣਾ ਤੋਂ ਤੇ ਉਹ ਫਰਾਡ ਕੇਸਿਸ ਚੋਂ ਮੈਜੋਰਿਟੀ ਫਰਾਡ ਡਾਕੂਮੈਂਟੇਸ਼ਨ, ਐਜੂਕੇਸ਼ਨ ਐਂਡ ਆਇਲਸ, ਦੋ ਚੀਜ਼ਾਂ। ਬੱਚੇ ਦਾ ਪਰਸੈਂਟੇਜ ਜਾਂ ਨੰਬਰ ਦੇਖ ਕੇ ਲੱਗਦਾ ਨਹੀਂ ਉਹ 7 ਬੈਂਡ ਲੈ ਪਾਊਗਾ, ਤੇ ਜਦੋਂ ਉਹਨੂੰ ਇੰਟਰਵਿਊ ਕਾਲ ਆਉਂਦੇ ਸੀਗੇ ਉਹ ਚੀਜ਼ ਉਹ ਤਸਦੀਦ ਹੋ ਜਾਂਦੀ ਸੀਗੀ। 2 ਤਰੀਕ ਦੇ ਨਿਊਜ਼ਪੇਪਰ 'ਚ ਇੱਕ ਆਰਟੀਕਲ ਵੀ ਆਇਆ ਸੀ ਜੋ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ। US ਕੋਰਟ ਦੇ ਵਿੱਚ 2 ਸਟੂਡੈਂਟਸ ਦੀ ਪੇਸ਼ੀ ਚੱਲਦੀ ਪਈ ਸੀ ਤੇ ਉਹ ਇੰਗਲਿਸ਼ ਨੂੰ ਨਹੀਂ ਸਮਝ ਪਾਏ, ਤਾਂ ਉਹਨਾਂ ਨੇ ਗਵਰਨਮੈਂਟ ਨੇ ਉਹਨਾਂ ਦਾ ਦੇਖਿਆ ਵੀ ਉਹ ਆਏ ਕਿਵੇਂ ਸੀ, US ਦੇ ਵਿੱਚ ਸਟੂਡੈਂਟ ਵੀਜ਼ਾ ਉੱਤੇ ਆਏ ਸੀ ਤੇ ਆਇਲਸ ਦੇ ਵਿੱਚ 6.5 ਜਾਂ 7 ਨੰਬਰ ਲੈ ਕੇ ਆਏ ਸੀਗੇ। ਉਹ ਫਿਰ ਕੁਐਸਚਨ ਖੜਾ ਹੋ ਗਿਆ ਦੈਟ ਇਹ US ਤੇ ਜਿਹੜਾ ਤੁਸੀਂ ਸਟੂਡੈਂਟ ਵੀਜ਼ਾ ਲਿੱਤਾ ਹੈ ਇਹ ਕਿਤੇ ਜਾਲੀ ਆਇਲਸ ਤੇ ਤਾਂ ਨਹੀਂ ਹੈਗਾ। US ਕੋਰਟ ਨੇ ਮਹਿਸਾਨਾ ਪੁਲਿਸ ਗੁਜਰਾਤ ਦੇ ਵਿੱਚ ਕਾਰਵਾਈ ਨੂੰ ਐਕਸ਼ਨ ਇਨੀਸ਼ੀਏਟ ਕੀਤਾ, ਜੋ ਅੱਜ ਮਹਿਸਾਨਾ ਪੁਲਿਸ ਉਹ ਬੱਚੇ ਜਿਹੜੇ US ਪਹੁੰਚ ਚੁੱਕੇ ਹੈ ਉਹਨਾਂ ਦੀ ਕਾਰਵਾਈ ਸ਼ੁਰੂ ਕਰਤੀ ਹੈ। ਅਗੇਨ ਇਹ ਉਹ ਚੀਜ਼ਾਂ ਨੇ ਜੋ ਅੱਜ ਇੱਕ ਸਟੂਡੈਂਟ ਸ਼ਾਰਟਕਟ ਵਾਲੇ ਪਾਸੇ ਜਾਂਦਾ ਹੈ, ਕੋਈ ਵੀ ਫਰਾਡ ਕਾਗਜ਼ ਦਾ ਸਹਾਰਾ ਲੈ ਕੇ ਤੁਹਾਡੀ ਪਹੁੰਚ ਜ਼ਰੂਰ ਹੋਏਗੀ,
ਪੀਓ ਕੀ ਪਰ ਕੀ ਉਹ ਪਹੁੰਚ ਤੁਹਾਨੂੰ ਸ਼ਾਂਤੀ ਵਾਲੀ ਜ਼ਿੰਦਗੀ ਦੇਗੀ ਪੀਆਰ ਹੋਣ ਤੋਂ ਬਾਵਜੂਦ ਵੀ? ਦਾ ਆਨਸਰ ਇਜ਼ ਨੋ। ਬਿਲਕੁਲ, ਕਿਉਂਕਿ ਉਹ ਪੁਰਾਣੇ ਚੀਜ਼ਾਂ ਨੇ ਜਿਹੜੇ ਤੁਸੀਂ ਫਾਊਂਡੇਸ਼ਨ ਬਣਾ ਕੇ ਉਸ ਕੰਟਰੀ ਜਾਣੇ ਪਏ ਹੋ। ਉਹ ਫਾਊਂਡੇਸ਼ਨ ਜਿਹੜੀ ਹੈ ਜਿੰਨੀ ਕੁ ਮਜ਼ਬੂਤ ਹੈ, ਜਿੰਨੀ ਕੁ ਝੂਠੀ ਹੋਏਗੀ, ਅੰਬੈਸੀ ਕੋਲ, ਉੱਥੋਂ ਦੀ ਸਰਕਾਰ ਕੋਲ ਹਰ ਉਹ ਮੈਕੈਨਿਜ਼ਮ ਹੈਗਾ, ਹਰ ਉਹ ਮੌਕਾ ਹੈਗਾ ਜਦੋਂ ਵਰਤਣਗੇ ਤਾਂ ਤੁਹਾਨੂੰ ਖੰਗਾਲ ਕੇ ਫਾਊਂਡੇਸ਼ਨ ਤੋਂ ਖਾਲੀ ਕਰਕੇ ਦੁਬਾਰਾ ਵਾਪਸ ਸਿੱਟ ਦੇਣਗੇ। ਬਿਲਕੁਲ। ਤਾਂ ਜੋ ਕਾਗਜ਼ ਲਾਣੇ ਆਪਣੀ ਫਾਈਲ ਦੇ ਵਿੱਚ ਸੋਚ ਸਮਝ ਕੇ, ਕਿਉਂਕਿ ਸਿਰਫ ਪਹੁੰਚਣ ਦੀ ਗੱਲ ਨਹੀਂ ਹੋ ਰਹੀ, ਜ਼ਿੰਦਗੀ ਬਣਾਉਣ ਦੀ ਗੱਲ ਹੋ ਰਹੀ ਹੈ ਜਦ ਤੁਸੀਂ ਉੱਥੇ ਪੱਕੇ ਹੁੰਦੇ ਹੋ। ਜੀ 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 ਬਿਲਕੁਲ। ਅਸੀਂ ਅਕਸਰ ਇਸ ਸ਼ੋਅ ਵਿੱਚ ਵੀ ਇਹੀ ਮੈਸੇਜ ਦਿੰਦੇ ਆ ਕਿ ਸ਼ਾਰਟਕਟਸ ਵਿੱਚ ਨਾ ਜਾਇਆ ਕਰੋ, ਜੈਨੂਇਨ ਵੇ ਦੇ ਨਾਲ ਅਪਲਾਈ ਕਰੋ, ਜਿੱਥੇ ਐਲੀਜੀਬਲ ਹੋ ਉੱਥੇ ਅਪਲਾਈ ਕਰੋ। ਅੱਜ ਦੇ ਟਾਈਮ ਵਿੱਚ ਢੇਰ ਸਾਰੀਆਂ ਆਪਸ਼ਨਸ ਮਿਲ ਜਾਂਦੀਆਂ, ਜਿਸ ਤਰ੍ਹਾਂ ਦੀ ਵੀ ਤੁਹਾਡੀ ਪ੍ਰੋਫਾਈਲ ਹੈ ਉਸ ਤਰ੍ਹਾਂ ਦੇ ਲੀਗਲ ਵੇਜ਼ ਤੁਹਾਨੂੰ ਮਿਲਦੇ ਨੇ। ਸੋ ਤੁਸੀਂ ਇਸ ਲਈ ਇਸ ਤਰ੍ਹਾਂ ਦੇ ਚੱਕਰਾਂ ਵਿੱਚ ਨਾ ਪਾਓ, ਕਿਉਂਕਿ ਤੁਹਾਨੂੰ ਖੁਦ ਵੀ ਉੱਥੇ ਪਹੁੰਚ ਕੇ ਕੱਲ੍ਹ ਨੂੰ ਕੌਨਫੀਡੈਂਸ ਹੀ ਨਹੀਂ ਰਹੇਗਾ, ਤੁਹਾਨੂੰ ਡਰ ਹਮੇਸ਼ਾ ਲੱਗਿਆ ਰਹੇਗਾ ਕਿ ਕਿਤੇ ਸਾਡੇ ਫੇਕ ਡਾਕੂਮੈਂਟਸ ਦਾ ਰਾਜ਼ ਨਾ ਖੁੱਲ ਜਾਏ। ਸੋ ਇਸ ਲਈ ਬਿਲਕੁਲ ਸਹੀ ਤਰੀਕੇ ਨਾਲ ਜੋ ਹੈ ਅਪਲਾਈ ਕਰਿਆ ਕਰੋ, ਕਿ ਚੰਗੇ ਕੰਸਲਟੈਂਟ ਦੀ ਸਲਾਹ ਲੈ ਕੇ ਅਪਲਾਈ ਕਰਿਆ ਕਰੋ। ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਜੀ ESS ਗਲੋਬਲ ਦਾ, ਤੁਸੀਂ ਇਸ ਨੰਬਰ ਤੇ ਕਾਲ ਕਰਕੇ ਹੋਰ ਜਾਣਕਾਰੀ ਵੀ ਜ਼ਰੂਰ ਲੈ ਸਕਦੇ ਹੋ। ਇਹਨਾਂ ਦੇ ਜੋ ਐਡਰੈਸ ਡਿਟੇਲਸ ਨੇ ਉਹ ਵੀ ਸਕਰੋਲ ਦੇ ਵਿੱਚ ਚੱਲ ਰਹੀਆਂ ਨੇ, ਜਿੱਥੇ ਤੁਹਾਨੂੰ ਨੇੜੇ ਲੱਗੇ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਤੇ ਸਰ ਜੋ ESS ਗਲੋਬਲ ਵੱਲੋਂ ਸੈਮੀਨਾਰਸ ਵੀ ਆਰਗੇਨਾਈਜ਼ ਕਰਵਾਏ ਜਾ ਰਹੇ ਉਸ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗੇ, ਤਾਂ ਕਿ ਜਿੰਨੇ ਵੀ ਸਟੂਡੈਂਟ ਸ਼ੋਅ ਵੇਖ ਰਹੇ ਨੇ ਉਹ ਵੀ ਉੱਥੇ ਪਹੁੰਚ ਕਰ ਸਕਣ। ਦੇਖੋ, ਆਸਟ੍ਰੇਲੀਆ ਦੇ ਵਿੱਚ ਜੇ ਆਪਾਂ ਸਪੈਸੀਫਿਕਲੀ ਗੱਲ ਕਰੀਏ, ਅੱਜ ਦੀ ਡੇਟ ਦੇ ਵਿੱਚ ਮੈਜੋਰਿਟੀ ਆਫ ਟਾਈਮ ਆਫਰ ਲੈਟਰਸ ਤੇ ਲੱਗਦਾ ਹੈ ਐਂਡ ਮੈਜੋਰਿਟੀ ਆਫ ਟਾਈਮ ਤੁਹਾਡਾ GTs ਤੇ ਲੱਗਦਾ ਹੈ ਜੀ, ਜੋ ਕਿ ਹਰ ਇੱਕ ਯੂਨੀਵਰਸਿਟੀ ਦਾ ਆਪਣਾ ਪ੍ਰੋਸੈਸ ਹੈ। ਅਸੀਂ ਦੋ ਇੰਸਟੀਚਿਊਟ ਨਾਲ ਉੱਥੇ ਗੱਲਬਾਤ ਕਰਕੇ GT ਪ੍ਰੋਸੈਸ ਨੂੰ ਸਟ੍ਰੀਮਲਾਈਨ ਕੀਤਾ, ਜਿਹਦੇ ਵਿੱਚ ਜਿਹੜਾ ਬੱਚਾ +2 ਪਾਸ ਕਾਮਰਸ ਦਾ ਹੈਗਾ ਜਾਂ ਨਾਨ ਮੈਡੀਕਲ ਦਾ ਹੈਗਾ, ਉਹਨੂੰ ਆਉਣ ਵਾਲੇ ਅਕਤੂਬਰ ਨਵੰਬਰ ਇਨਟੇਕ ਦੇ ਵਿੱਚ GT ਐਂਡ COE ਵਿਦਿਨ 15 ਡੇਜ਼ 15 ਦਿਨ ਦੇ ਵਿੱਚ ਜਦੋਂ ਤੁਸੀਂ ਕੇਸ ਆਪਣਾ ਦਰਜ ਕਰਾਓਗੇ ESS ਦੇ ਨਾਲ, 15 ਦਿਨਾਂ ਦੇ ਵਿੱਚ ਤੇ ਤੁਹਾਡਾ ਫੰਡਿੰਗ ਰੈਡੀ ਹੈ, ਇਨਕਮ ਰੈਡੀ ਹੈ, ਤੇ ਤੁਹਾਨੂੰ 15 ਦਿਨਾਂ ਦੇ ਵਿੱਚ COE ਲੈ ਕੇ 17ਵੇਂ 18ਵੇਂ ਦਿਨ ਸਿੱਧਾ ਅੰਬੈਸੀ ਦੇ ਵਿੱਚ ਫਾਈਲ ਲੌਂਚ ਹੋ ਜਾਏਗੀ। ਅਗੇਨ ਦੁਬਾਰਾ ਬੋਲਦਾ, +2 ਜੇ ਤੁਸੀਂ ਕਾਮਰਸ ਚ ਕੀਤੀ ਹੈ ਪਲੱਸ ਜਾਂ ਨਾਨ ਮੈਡੀਕਲ ਚ ਕੀਤੀ ਹੈ, 2021 ਪਾਸ ਆਊਟ ਹੋਣੇ ਚਾਹੀਦੇ ਹੋ। CBSE ਪਾਸ ਆਊਟ ਹੋ, 60% ਨੰਬਰ ਚਾਹੀਦੇ ਨੇ ਅਕੈਡਮਿਕ 4 ਦੇ ਵਿੱਚ। ਸਟੇਟ ਬੋਰਡ ਤੋਂ ਪਾਸ ਆਊਟ ਹੋ, 65% ਨੰਬਰ ਚਾਹੀਦਾ ਅਕੈਡਮਿਕ 4 ਦੇ ਵਿੱਚ। ਆਇਲਸ ਓਵਰਆਲ 6, ਕੋਈ 5.5 ਤੋਂ ਘੱਟ ਨਾ ਹੋਵੇ। ਤੁਹਾਡਾ ਪਿੱਛੇ ਕੈਨੇਡਾ ਤੋਂ ਰਿਫਿਊਜ਼ ਹੈ ਜਾਂ ਕਿਸੇ ਹੋਰ ਕੰਟਰੀ ਤੋਂ ਰਿਫਿਊਜ਼ ਹੈ ਐਕਸੈਪਟ ਆਸਟ੍ਰੇਲੀਆ, ਤਾਂ ਅਕਤੂਬਰ ਨਵੰਬਰ ਇਨਟੇਕ ਦਾ ਮੌਕਾ ਨਹੀਂ ਛੱਡਣਾ, ਕਿਉਂਕਿ 2021 ਪਾਸ ਆਊਟ ਜਿਹੜਾ ਬੱਚਾ ਹੈ ਅਖੀਰਲਾ ਇਨਟੇਕ ਹੋਏਗਾ ਜਦ ਆਸਟ੍ਰੇਲੀਆ ਉਹਨੂੰ ਐਕਸੈਪਟ ਕਰੇਗਾ। 2000 ਜਦ ਆਪਾਂ ਜਨਵਰੀ ਤੇ ਪਹੁੰਚਾਂਗੇ 2023 ਦੇ ਵਿੱਚ, ਆਸਟ੍ਰੇਲੀਆ ਨੇ 2022 ਪਾਸ ਆਊਟ ਨੂੰ ਫੜਨਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਉਹ 1 ਸਾਲ ਤੋਂ ਉੱਤੇ ਜਿਹੜਾ ਗੈਪ ਹੈ ਉਹਨੂੰ ਨੈਗੇਟਿਵ ਲੈ ਕੇ ਚੱਲਦੇ ਨੇ ਜੀ। ਤੇ ਮੈਜੋਰਿਟੀ ਆਫ ਸਟੂਡੈਂਟ ਅੱਜ ਦੀ ਡੇਟ ਦੇ ਵਿੱਚ 2021 ਪਾਸ ਆਊਟ ਵਾਲਾ ਕੈਨੇਡਾ ਤੋਂ 1 ਜਾਂ 2 ਵਾਰ ਰਿਫਿਊਜ਼ਲ ਲੈ ਕੇ ਬੈਠਾ ਹੋਇਆ, ਤੇ ਉਹਦਾ ਆਲਸ ਦਾ ਜਿਹੜਾ ਬੁਨਿਆਦ ਆ ਕਿਤੇ ਨਾ ਕਿਤੇ ਅਗਲੇ 6-8 ਮਹੀਨਿਆਂ 'ਚ ਖਤਮ ਹੋ ਜਾਣੀ ਹੈ। ਉਹਨਾਂ ਵਾਸਤੇ ਗੋਲਡਨ ਓਪਰਚੁਨਿਟੀ ਐਂਡ ਗੋਲਡਨ ਮੌਕਾ ਆਸਟ੍ਰੇਲੀਆ ਵਿੱਚ ਬੈਚਲਰ ਆਫ IT, ਬੈਚਲਰ ਆਫ ਕਾਮਰਸ, ਅਕਾਊਂਟਿੰਗ, ਕਮਿਊਨੀਕੇਸ਼ਨ ਔਰ PR ਦੇ ਡਿਗਰੀਜ਼ ਕਰਨ ਦਾ। ਫੀਸ ਬੜੀ ਓਕੇ ਟਾਈਪਸ ਹੈ, ਕੋਈ ਜ਼ਿਆਦਾ ਐਕਸਪੈਂਸਿਵ ਨਹੀਂ ਹੈਗੀ ਵਿਦ ਦ ਯੂਨੀਵਰਸਿਟੀ, ਬਟ ਦ ਬੈਸਟ ਥਿੰਗ ਇਜ਼ ਜਿਹੜਾ ਤੁਹਾਡਾ ਪ੍ਰੋਸੈਸਿੰਗ ਟਾਈਮ ਹੈ ਉਹ 15 ਦਿਨ ਦਾ ਰਹਿ ਜਾਏਗਾ COE ਆਉਣ ਤੱਕ ਦਾ, ਜੇ ਤੁਹਾਡੇ ਡਾਕੂਮੈਂਟੇਸ਼ਨ ਰੈਡੀ ਹੈ। ਉਸੇ ਤਰੀਕੇ ਨਾਲ ਜੇ ਤੁਸੀਂ ਮਾਸਟਰਸ ਵਿੱਚ ਜਾਣਾ ਹੈ, ਤੁਸੀਂ BCA ਪਾਸ ਆਊਟ ਹੋ, BSc IT ਪਾਸ ਆਊਟ ਹੋ, MCA ਕੀਤੀ ਹੈ ਔਰ BTech ਇਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕੀਤੀ ਹੈ, ਉਹਨਾਂ ਵਾਸਤੇ 4 ਓਪਰਚੁਨਿਟੀਜ਼ ਇਨ ਮਾਸਟਰਸ ਡਿਗਰੀ ਇਨ IT, ਆਰਟੀਫਿਸ਼ੀਅਲ ਇੰਟੈਲੀਜੈਂਸ ਹੈਗੀ ਹੈ, ਡਾਟਾਬੇਸ ਹੈਗੀ ਹੈ, ਸੌਫਟਵੇਅਰ ਡਿਵੈਲਪਮੈਂਟ ਹੈਗੀ ਹੈ ਐਂਡ ਮਲਟੀਮੀਡੀਆ ਦੇ ਮਾਸਟਰਸ ਡਿਗਰੀ ਨੇ। ਇਹਨਾਂ ਵਿੱਚ ਉਹ ਜਾ ਸਕਦਾ ਹੈ। ਸੈਕਸ਼ਨ 1 ਸੈਕਸ਼ਨ 2 ਯੂਨੀਵਰਸਿਟੀ 55% ਐਂਡ ਤੁਹਾਡਾ ਜਿਹੜਾ ਸੈਕਸ਼ਨ 3 ਯੂਨੀਵਰਸਿਟੀ ਹੈ ਫਸਟ ਡਿਵੀਜ਼ਨ ਚਾਹੀਦੀ ਹੈ। ਓਵਰਆਲ 6 ਬੈਂਡ, ਕੱਲੇ 6 ਬੈਂਡ ਤੁਹਾਡੇ ਹੋਣੇ ਚਾਹੀਦੇ ਨੇ ਟੂ ਬੀ ਐਲੀਜੀਬਲ ਫॉर ਮਾਸਟਰਸ। ਵਿਆਹ ਤੁਹਾਡਾ ਨਵਾਂ ਹੈ ਉਹ ਵੀ ਚੱਲੇਗਾ, ਕੋਈ ਸਮੱਸਿਆ ਨਹੀਂ ਹੈਗੀ। ਅਗੇਨ ਤੁਹਾਡੀ GT ਦਾ ਪ੍ਰੋਸੈਸ ਹੈ 15 ਦਿਨਾਂ ਵਿੱਚ ਖਤਮ ਹੋਏਗਾ ਜੇ ਤੁਸੀਂ ਇਸ ਪਾਰਟਿਕੂਲਰ ਬੈਕਗ੍ਰਾਉਂਡ ਨੂੰ ਬਿਲੋਂਗ ਕਰਦੇ ਆ। ਤਾਂ ਸਾਡਾ ਜਿਹੜਾ ਮਾਰਕੀਟਿੰਗ ਕੈਂਪੇਨ ਹੈ ਦੈਟ ਇਜ਼ launchment in 1 month in Australia for higher education, not for vocational programs। ਤਾਂ ਜੇ ਤੁਸੀਂ ਇਸ ਬੈਕਗ੍ਰਾਉਂਡ ਨੂੰ ਬਿਲੋਂਗ ਕਰਦੇ ਹੋ ਐਂਡ ਕਿਤੇ ਨਾ ਕਿਤੇ ਕਿਸੇ ਯੂਨੀਵਰਸਿਟੀ ਦਾ GT ਉਡੀਕਦੇ ਪਏ ਹੋ, ਆਂਦਾ ਨਹੀਂ ਪਿਆ, ਤਾਂ ਤੁਹਾਡਾ ਇਹ ਬੈਕਗ੍ਰਾਉਂਡ ਹੈ, ਤੁਸੀਂ ਆਹ ਮੌਕੇ ਨਾਲ ਜ਼ਰੂਰ ਫਾਇਦਾ ਚੱਕੋ।
ਆਉਣ ਵਾਲੇ ਅਕਤੂਬਰ ਨਵੰਬਰ ਇਨਟੇਕ ਦੇ ਲਈ ਅੱਜ ਹੀ ਆਪਣੀ ਵੀਜ਼ਾ ਫਾਈਲ ਅੰਬੈਸੀ ਪਹੁੰਚਾ ਸਕਦੇ ਹੋ। ਜੀ ਬਿਲਕੁਲ। ਤੇ ਤੁਸੀਂ ਜ਼ਰੂਰ ਅਗਰ ਇਸ ਪ੍ਰੋਗਰਾਮ ਬਾਰੇ ਹੋਰ ਡਿਟੇਲ ਜਾਣਨਾ ਚਾਹੁੰਦੇ ਹੋ ਤਾਂ ਫੋਨ ਕਰਕੇ ਜੋ ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ ਕਾਲ ਕਰਕੇ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ, ਕਿਉਂਕਿ ਟਾਈਮ ਘੱਟ ਹੁੰਦਾ, ਕਈ ਵਾਰੀ ਡਿਸੀਜਨ ਲੈਣ 'ਚ ਦੇਰੀ ਹੋ ਜਾਂਦੀ ਹੈ ਔਰ ਉਹ ਸਮਾਂ ਜੋ ਹੈ ਨਿਕਲ ਜਾਂਦਾ। ਸੋ ਤੁਹਾਡਾ ਉਹ ਸਮਾਂ ਨਾ ਨਿਕਲੇ ਇਸ ਲਈ ਅਸੀਂ ਤੁਹਾਨੂੰ ਬਾਰ-ਬਾਰ ਇਹ ਚੀਜ਼ ਦੱਸ ਰਹੇ ਹਾਂ। ਕਮਿੰਗ ਇਨਟੇਕਸ ਦੀ ਜਿਵੇਂ ਆਪਾਂ ਗੱਲ ਹੁਣ ਤੁਸੀਂ ਕਰਕੇ ਵੀ ਹਟੇ ਹੋ, ਤੇ ਜਿਵੇਂ ਇਹ ਤਾਂ ਚਲੋ ਇੱਕ ਤੁਸੀਂ ਇੱਕ ਫਿਕਸ ਇੱਕ ਫੀਲਡ ਦੀ ਇੱਕ ਕੈਟਾਗਰੀ ਦੀ ਗੱਲ ਕੀਤੀ ਹੈ, ਪਰ ਆਪਾਂ ਨਾਰਮਲੀ ਵੈਸੇ ਦੇਖੀਏ ਜਿਵੇਂ ਆਰਟਸ ਦੇ ਸਟੂਡੈਂਟ ਹੈ ਜਾਂ ਦੂਸਰੇ ਅਗਰ ਉਹ ਅਪਲਾਈ ਕਰਨਾ ਚਾਹ ਰਹੇ ਨੇ, ਅੱਜ ਦੇ ਟਾਈਮ ਵਿੱਚ ਆਪਾਂ ਪ੍ਰੋਸੈਸਿੰਗ ਟਾਈਮ ਕਿੰਨਾ ਵੈਸੇ ਦੇਖ ਰਹੇ ਹਾਂ? ਦੇਖੋ ਆਸਟ੍ਰੇਲੀਆ ਦੇ ਵਿੱਚ ਨਾਨਾ ਕਰਦੇ ਜਿਵੇਂ ਮੈਂ ਦੱਸਿਆ ਹਾਈ ਕਮਿਸ਼ਨ ਨੇ 109 ਦਿਨ ਦਾ ਪ੍ਰੋਸੈਸਿੰਗ ਟਾਈਮ ਮੂੰਹੋਂ ਕਿਹਾ ਹੈ ਜੀ। ਅੰਬੈਸੀ ਜਦ ਫਾਈਲ ਪਹੁੰਚਦੀ ਹੈ ਉੱਥੋਂ ਪਹੁੰਚਣ ਤੋਂ ਪਹਿਲਾਂ ਯੂਨੀਵਰਸਿਟੀ ਤੁਹਾਡੇ ਨਾਲ ਤਕਰੀਬਨ 2 ਤੋਂ 3 ਮਹੀਨੇ ਦਾ ਟਾਈਮ ਲੈਂਦੀ ਹੈ ਆਫਰ ਲੈਟਰ ਐਂਡ GTE ਜੀ। ਜਿਹੜਾ ਫੈਬਰੂਰੀ ਇਨਟੇਕ ਹੈ 2023 ਦਾ ਆਸਟ੍ਰੇਲੀਆ ਦਾ, ਉਹ ਇੱਕ ਬੜਾ ਇੰਪੋਰਟੈਂਟ ਇਨਟੇਕ ਹੈ। ਕਿਉਂ? ਤੁਸੀਂ ਨਰਸਿੰਗ ਕਰਨ ਜਾਣਾ ਹੈ, ਤੁਸੀਂ ਫਿਜ਼ੀਓਥੈਰੇਪੀ ਕਰਨ ਜਾਣਾ ਹੈ, ਸਾਈਕੋਲੋਜੀ ਦੇ ਕੋਰਸਿਸ ਪੜ੍ਹਨ ਜਾਣਾ ਹੈ, ਇਹ ਫੈਬਰੂਰੀ ਇਨਟੇਕ ਦੇ ਵਿੱਚ ਹੀ ਮਿਲਦੇ ਨੇ। ਇਹਨਾਂ ਦਾ ਇਨਟੇਕ ਜੁਲਾਈ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਇੱਕੋ ਇਨਟੇਕ ਲਈ ਕਲਾਸਾਂ ਲੱਗਦੀਆਂ ਨੇ, ਇਹ ਕੁਝ ਪਾਰਟਿਕੂਲਰ ਹੈਲਥ ਫੈਕਲਟੀਜ਼ ਦੀਆਂ। ਤਾਂ ਅਗੇਨ ਜੇ ਤੁਸੀਂ ਇਸ ਬੈਕਗ੍ਰਾਉਂਡ ਨੂੰ ਬਿਲੋਂਗ ਕਰਦੇ ਹੋ, ਫਰਵਰੀ ਇਨਟੇਕ ਮਿਸ ਨਹੀਂ ਕਰਨਾ ਆਸਟ੍ਰੇਲੀਆ ਵਾਸਤੇ, ਕਿਉਂਕਿ ਜੇ ਮਿਸ ਹੋ ਗਿਆ ਫਿਰ ਫਰਵਰੀ 2024 ਆਣਾ ਪਿਕਚਰ ਦੇ ਵਿੱਚ। ਪੂਰਾ ਸਾਲ ਜਿਹੜੇ ਹੈਗੇ ਨੇ ਤੁਹਾਨੂੰ IT, ਬਿਜ਼ਨਸ, ਲਾਅ ਔਰ ਸਾਰੇ ਫੈਕਲਟੀ ਦੇ ਪ੍ਰੋਗਰਾਮ ਮਿਲਣਗੇ ਐਕਸੈਪਟ ਹੈਲਥ ਫੈਕਲਟੀ। ਤਾਂ ਫੈਬਰੂਰੀ ਇਨਟੇਕ ਵਾਸਤੇ ਜੇ ਅਪਲਾਈ ਕਰਨਾ ਹੈ, ਜਿਵੇਂ ਹੁਣ +2 ਦੇ ਰਿਜ਼ਲਟ ਆ ਚੁੱਕੇ ਨੇ, ਆਸਟ੍ਰੇਲੀਆ ਕਰਨਾ ਚਾਹੁੰਦੇ ਹੋ, ਇਹੀ ਰਾਈਟ ਟਾਈਮ ਹੈ ਟੂ ਅਪਲਾਈ ਫॉर ਆਸਟ੍ਰੇਲੀਆ। ਅੱਜ ਦੀ ਤੁਸੀਂ ਬੁਕਿੰਗ ਕਰਾ ਚੁੱਕੇ ਹੋ ਪਰ ਪੇਪਰ ਨਹੀਂ ਦਿੱਤਾ, ਪਰ ਮੌਕ ਟੈਸਟ ਦੇ ਵਿੱਚ 6 ਓਵਰਆਲ ਜਾਂ 6.5 ਓਵਰਆਲ ਆਉਂਦੇ ਪਏ ਨੇ, ਤਾਂ ਡੈਫੀਨਿਟਲੀ ਆਸਟ੍ਰੇਲੀਆ ਅੱਜ ਹੀ ਅਪਲਾਈ ਕਰ ਸਕਦੇ ਹੋ ਆਪਣਾ ਕੰਡੀਸ਼ਨਲ ਆਫਰ ਲੈਟਰ। ਜੇ ਤੁਸੀਂ ਕੌਨਫੀਡੈਂਟ ਹੋ ਆਇਲਸ ਜਾਂ PT ਦੇ ਵਿੱਚ ਸਕੋਰ ਖਿੱਚ ਲਓਗੇ, then yes Australia is the right option. Second, PT ਦਾ ਅੱਜ ਦੀ ਡੇਟ ਦੇ ਵਿੱਚ ਐਕਸੈਪਟੈਂਸ ਚੈਲੰਜ ਪੂਰੀ ਦੁਨੀਆ 'ਚ ਬਣਿਆ ਬੈਠਾ ਹੈ। UK ਵਾਲੇ ਕਹਿੰਦੇ ਆ ਵੀ PT ਦੇ 59 ਹੋਣੀ ਚਾਹੀਦੀ ਹੈ, ਕੋਈ ਇਸ ਤੋਂ ਘੱਟ ਨਹੀਂ ਹੋਣਾ ਚਾਹੀਦਾ ਜੀ। ਆਸਟ੍ਰੇਲੀਆ ਐਕਸੈਪਟ ਕਰਦਾ ਪਿਆ, ਕੈਨੇਡਾ ਵਾਲਾ ਕਹਿੰਦਾ ਸਾਨੂੰ PT ਦਾ ਸਕਸੈਸ ਰੇਟ ਹੀ 30% ਹੈ, ਨੌਨ SDS ਦੇ ਵਿੱਚ ਫਾਈਲ ਲਾਣੇ ਆ, ਤਾਂ PT ਵਾਲਾ ਬਹੁਤ ਮੈਜੋਰਿਟੀ ਬੱਚਾ ਹੈ ਜਿਹੜਾ ਕਹਿੰਦਾ ਹੁਣ ਮੈਂ ਕਰਾਂ ਕੀ, ਕਿਉਂਕਿ PT ਉਦੋਂ ਕੀਤੀ ਗਈ ਸੀ ਜਦ ਆਇਲਸ 'ਚ ਬੈਂਡ ਨਹੀਂ ਆਉਂਦੇ ਪਏ ਸੀਗੇ। ਇੱਕ ਸੈਕੰਡ ਆਪਸ਼ਨ ਰਹਿ ਜਾਂਦੀ ਬੱਚਿਆਂ ਦੀ, ਪਰ ਆਸਟ੍ਰੇਲੀਆ ਐਕਸੈਪਟੈਂਸ ਨਾਲ ਦੀ ਨਾਲ ਲੈ ਕੇ ਚੱਲਦਾ PT ਦੀ ਇਕੁਅਲੈਂਟ ਟੂ ਆਇਲਸ, ਜੋ ਚਾਰਟ ਉਹਨਾਂ ਦਾ ਬਣਿਆ ਹੋਇਆ ਹੈਗਾ। ਨਾਲ ਦੀ ਨਾਲ ਆਸਟ੍ਰੇਲੀਆ ਦੇ ਕੁਝ ਯੂਨੀਵਰਸਿਟੀਜ਼ ਤੁਹਾਡੇ ਆਇਲਸ ਦੀ ਵੈਲੀਡੇਸ਼ਨ 3 ਸਾਲ ਤੱਕ ਲੈ ਕੇ ਚੱਲਦੇ ਨੇ। ਤੁਹਾਡਾ ਆਇਲਸ ਐਕਸਪਾਇਰ ਵੀ ਹੋ ਚੁੱਕਿਆ 2 ਸਾਲ ਤੋਂ ਉੱਪਰ, ਉਹ ਇੱਕ ਹੋਰ ਮੌਕਾ ਦਿੰਦੇ ਨੇ ਬੱਚੇ ਨੂੰ, ਕਿਉਂਕਿ ਆਇਲਸ ਇੱਕ ਇਹੋ ਜਿਹਾ ਟੈਸਟ ਹੈ ਜੋ ਆਸਟ੍ਰੇਲੀਆ ਕਹਿੰਦਾ ਵੀ ਇਹ ਤਾਂ ਹੈ ਨਹੀਂ ਵੀ ਅੱਜ ਤੁਹਾਡੀ ਇੰਗਲਿਸ਼ ਘੱਟ ਹੋ ਗਈ ਜਾਂ ਵੱਧ ਹੋ ਗਈ, ਉਹ ਇੱਕ ਐਂਟਰੈਂਸ ਐਗਜ਼ਾਮੀਨੇਸ਼ਨ ਦੀ ਤਰ੍ਹਾਂ ਆਇਲਸ ਨੂੰ ਟਰੀਟ ਕਰਦੇ ਨੇ। ਜੇ ਤੁਹਾਡਾ ਆਇਲਸ ਐਕਸਪਾਇਰ ਹੋ ਚੁੱਕਿਆ ਤੇ ਆਸਟ੍ਰੇਲੀਆ ਦੇ ਵਿੱਚ ਕਿਤੇ ਵੀ ਜਾਣ ਨੂੰ ਤੁਸੀਂ ਓਕੇ ਹੋ, ਬਟ ਆਇਲਸ ਮਾਰਕਸ ਹੈਗੇ ਆ, ਤਾਂ ਇਹ ਇਨਟੇਕ ਫਰਵਰੀ 2023 ਆਸਟ੍ਰੇਲੀਆ ਤੁਹਾਡੇ ਵਾਸਤੇ ਆਟੋਮੈਟਿਕਲੀ ਫਿੱਟ ਬਹਿ ਜਾਂਦਾ ਹੈ ਫॉर ਮਾਸਟਰਸ ਪ੍ਰੋਗਰਾਮ ਔਰ ਫॉर ਬੈਚਲਰਸ ਪ੍ਰੋਗਰਾਮ ਵਿਦ ਸਰਟਨ ਯੂਨੀਵਰਸਿਟੀਜ਼, ਨਾਟ ਆਲ ਦਾ ਯੂਨੀਵਰਸਿਟੀਜ਼। ਜੀ ਬਿਲਕੁਲ ਜੀ। ਪਹਿਲਾਂ ਤਾਂ ਮੈਂ UK ਬਾਰੇ ਹੀ ਜਾਣਨਾ ਚਾਹਾਂਗੀ ਕਿ ਜੋ ਸੈਪਟੈਂਬਰ ਇਨਟੇਕ ਹੁਣ ਜਾ ਰਿਹਾ ਉਹ ਕਿਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ, ਕਿਸ ਤਰ੍ਹਾਂ ਦੇ ਵੀਜ਼ਾਸ ਲੱਗ ਰਹੇ ਨੇ? ਵੈਲ ਸੈਪਟੈਂਬਰ ਇਨਟੇਕ UK ਦੀ ਲੋਟਰੀ ਲੱਗੀ ਹੈ। ਆਲਮੋਸਟ 100% ਵੀਜ਼ਾ ਸਕਸੈਸ ਰੇਟ ਹੈ। ਓਨਲੀ ਥਿੰਗ ਇਜ਼ UK ਨੇ ਅੱਜ ਓਵਰਫਲੋ ਹੋ ਕੇ ਬੱਚਿਆਂ ਨੂੰ ਡੈਫਰ ਕਰਨਾ ਸ਼ੁਰੂ ਕਰਤਾ ਹੈ। ਅੱਜ ਜੇ ਆਪਾਂ ਅਗਸਤ ਵਿੱਚ ਖੜੇ ਆ, ਉਹਨਾਂ ਦੀ ਈਮੇਲਸ ਆਉਣੀਆਂ ਸ਼ੁਰੂ ਹੋ ਗਈਆਂ। ਜਨਵਰੀ ਇਨਟੇਕ ਦੀ ਲਾਸਟ ਡੇਟ ਜਿਹੜੀ ਇੰਟਰਵਿਊ ਦੀ ਹੈਗੀ ਹੈ ਯੂਨੀਵਰਸਿਟੀ ਦੀ 25 ਸੈਪਟੈਂਬਰ ਹੈ। ਅਗੇਨ UK 'ਚ ਪਹਿਲੀ ਵਾਰ ਹੋਇਆ 4-4 ਮਹੀਨੇ ਪਹਿਲਾਂ ਸੀਟਾਂ ਭਰਨੀਆਂ ਸ਼ੁਰੂ ਹੋ ਗਈਆਂ ਨੇ। ਕਿਉਂ? ਰਸ਼ ਹੀ ਬਹੁਤ ਆ ਉਹਨਾਂ ਕੋਲ ਜੀ। UK ਸੈਪਟੈਂਬਰ ਬਹੁਤ ਸਾਰੇ ਬੱਚਿਆਂ ਨੂੰ ਉਹਨਾਂ ਨੇ ਡਿਸਅਪੁਆਇੰਟ ਕੀਤਾ। ਕੈਸ਼ ਦੀ ਫੀਸ ਭਰੀ, ਟਿਊਸ਼ਨ ਫੀਸ ਗਈ, ਪਰ ਕੈਸ਼ ਨਹੀਂ ਆਇਆ। ਉੱਥੋਂ ਮੇਲ ਆ ਗਿਆ ਸਾਡੀ ਸੀਟਾਂ ਭਰ ਚੁੱਕੀਆਂ ਨੇ, ਹੁਣ ਤੁਸੀਂ ਅਗਲੇ ਇਨਟੇਕ ਦੇ ਵਿੱਚ ਡੈਫਰ ਕਰੋ। ਜਾਂ ਕਈ ਬੱਚਿਆਂ ਦੇ ਆਫਰ ਆਏ ਪਰ ਇੰਟਰਵਿਊ ਲਈ ਡੇਟ ਹੀ ਨਹੀਂ ਮਿਲੀਆਂ ਕਿਉਂਕਿ ਸੀਟਾਂ ਭਰ ਚੁੱਕੀਆਂ। ਅਗੇਨ UK ਉਹਨਾਂ ਬੱਚਿਆਂ ਵਾਸਤੇ ਹੈ ਜਿਹੜਾ ਅੱਜ ਕਹਿੰਦਾ UK ਤੇ ਕਿਤੇ ਵੀ ਸਿਟੀ ਆਪਸ਼ਨ ਹੋ ਜਾਏ। ਉਹ ਦਿਨ ਚਲਾ ਗਿਆ ਜਦ ਆਪਾਂ ਕਹਿੰਦੇ ਸੀ ਮੈਂ ਤਾਂ ਬਰਮਿੰਗਮ ਹੀ ਜਾਣਾ, ਮੇਰੇ ਚਾਚਾ ਜੀ ਮਾਮਾ ਜੀ ਉੱਥੇ ਹੈਗੇ ਨੇ ਤੇ ਮੈਂ ਵੇਟ ਕਰਾਂਗਾ, ਤੇ ਉੱਥੇ 1 ਯੂਨੀਵਰਸਿਟੀ ਜਾਂ 2 ਯੂਨੀਵਰਸਿਟੀ ਅਪਲਾਈ ਕਰਕੇ ਬਹਿ ਜਾਂਦੇ ਸੀਗੇ। ਅੱਜ ਨਾਨਾ ਕਰਦੇ ਵੀ ਬਰਮਿੰਗਮ ਦੀ ਇੱਕ ਪਪੂਲਰ ਯੂਨੀਵਰਸਿਟੀ ਹੈ ਜਿਹੜਾ 6-5.5 ਨਾਲ ਐਡਮਿਸ਼ਨ ਦਿੰਦਾ ਹੈ। 750 ਆਫਰ ਲੈਟਰ ਪੈਂਡਿੰਗ ਹੈ ਸੈਪਟੈਂਬਰ ਇਨਟੇਕ ਦਾ। ਉਹ ਨਾ ਮਨਾ ਕਰਦੇ ਪਏ ਹੈ, ਇੱਕ ਮੇਲ ਆ ਜਾਂਦੀ ਹੈ ਦੈਟ ਚਲੋ ਡੈਫਰ ਕਰੋ ਜੀ, ਤੁਹਾਡਾ ਕੋਰਸ ਭਰ ਗਿਆ, ਜਾਂ ਇੱਕ ਦਿਨ ਨੂੰ ਆਫਰ ਦੇ ਦਿੱਤਾ। ਹੁਣ ਤੁਸੀਂ ਇਸ ਆਸ ਦੇ ਵਿੱਚ ਵੇਟ ਕਰਨਾ ਚਾਹੁੰਦੇ ਹੋ ਤੇ ਟਾਈਮ ਨਾਲ ਪਲੇ ਕਰਨਾ ਚਾਹੁੰਦੇ ਹੋ, ਤੁਹਾਡੀ ਕਾਲ ਹੈ। ਬਟ ਜੈਨੂਇਨ ਸਟੂਡੈਂਟ ਜਿਹੜਾ ਐਕਚੁਅਲ ਦੇ ਵਿੱਚ ਪੜ੍ਹਨਾ ਚਾਹੁੰਦਾ ਹੈ ਉਹਦੇ ਲਈ ਕੋਰਸ ਮਾਇਨੇ ਰੱਖਦਾ, ਯੂਨੀਵਰਸਿਟੀ ਲੋਕੇਸ਼ਨ ਕਿਤੇ ਨਾ ਕਿਤੇ ਮਾਇਨੇ ਨਹੀਂ ਰੱਖਦੀ। ਇਹ ਮੈਂ ਵਰਡ ਕਿਉਂ ਬੋਲਿਆ?
ਸ਼ਾਇਦ ਇਹ ਟਾਈਮ ਜਿਹੜਾ ਚੱਲਦਾ ਪਿਆ ਜਾਂ ਆਉਣ ਵਾਲਾ ਜਿਹੜਾ ਵੀ ਟਾਈਮ ਹੈ ਅਗਲੇ ਸਾਲ ਦਾ ਉਹ ਜੈਨੂਇਨ ਸਟੂਡੈਂਟਸ ਦਾ ਹੀ ਹੋਏਗਾ, ਰਾਦਰ ਪਹੁੰਚਦਾ ਹੋਏਗਾ। ਜੀ ਬਿਲਕੁਲ। ਤੇ ਆਪਾਂ ਸੈਪਟੈਂਬਰ ਇਨਟੇਕ ਦੀ ਗੱਲ ਕੀਤੀ ਹੈ, ਹੁਣ ਜਨਵਰੀ ਇਨਟੇਕ ਦੀ ਗੱਲ ਕਰੀਏ, ਸਟੂਡੈਂਟਸ ਕਿਹੜੇ ਹਲੇ ਵੀ ਅਪਲਾਈ ਕਰਕੇ ਜਨਵਰੀ ਇਨਟੇਕ ਦੇ ਲਈ ਆਪਣੀ ਸੀਟ ਲੈ ਸਕਦੇ ਨੇ? ਯੂਕੇ ਦਾ ਜਿਹੜਾ ਜਨਵਰੀ ਇਨਟੇਕ ਹੁੰਦਾ ਜੀ ਉਹ ਵੈਸੇ ਹੀ ਬੜਾ ਛੋਟਾ ਇਨਟੇਕ ਹੁੰਦਾ ਹੈ। ਬਹੁਤ ਸਾਰੀ ਯੂਨੀਵਰਸਿਟੀਜ਼ ਬੈਚਲਰ ਕੋਰਸਿਸ ਨੂੰ ਐਂਟਰਟੇਨ ਹੀ ਨਹੀਂ ਕਰਦੀਆਂ ਜਾਂ ਚਾਲੂ ਨਹੀਂ ਕਰਦੀਆਂ, ਕਿਉਂਕਿ ਉੱਥੇ ਸਿਸਟਮ ਐਜੂਕੇਸ਼ਨ ਦਾ ਇਹੋ ਜਿਹਾ ਬਣਿਆ ਹੋਇਆ ਸੈਪਟੈਂਬਰ ਟੂ ਸੈਪਟੈਂਬਰ ਹੀ ਅੰਡਰ ਗ੍ਰੈਜੂਏਟ ਕੁਆਲੀਫਿਕੇਸ਼ਨ ਨੂੰ ਐਂਟਰਟੇਨ ਕੀਤਾ ਜਾਂਦਾ ਹੈਗਾ, ਉਸ ਤੋਂ ਬਾਅਦ ਨਹੀਂ ਕੀਤਾ ਜਾਂਦਾ। ਮਾਸਟਰਸ ਲੈਵਲ ਤੇ ਵੀ ਤੁਹਾਨੂੰ ਬੜੇ ਸਿਲੈਕਟਿਵ ਕੋਰਸਿਸ ਮਿਲਣਗੇ, ਬਿਜ਼ਨਸ ਹੋ ਗਿਆ, ਆਈਟੀ ਹੋ ਗਿਆ, ਸਪੈਸ਼ਲਾਈਜੇਸ਼ਨ ਹੋ ਗਈ ਆਈਟੀ ਦੀ, ਜਾਂ ਪਬਲਿਕ ਹੈਲਥ ਦੇ ਕੋਰਸਿਸ ਜੋ ਨਰਸਿੰਗ ਬੈਕਗਰਾਊਂਡ, BDS ਬੈਕਗਰਾਊਂਡ ਔਰ MBBS ਬੈਕਗਰਾਊਂਡ ਨੂੰ ਐਂਟਰਟੇਨ ਕਰਦਾ ਹੈ। ਬਟ ਯੂਕੇ ਦੀ ਜਿਵੇਂ ਜਿਵੇਂ ਪੋਪੂਲੈਰਿਟੀ ਵੱਧਦੀ ਪਈ ਹੈ ਜਾਂ ਸਕਸੈਸ ਰੇਟ ਬਹੁਤ ਜ਼ਿਆਦਾ ਹੈ, ਦੇਖੋ ਆਪਾਂ ਜਦ ਵੀ ਬਾਹਰ ਜਾਣ ਦਾ ਪ੍ਰੋਗਰਾਮ ਜਾਂ ਪਲਾਨ ਸ਼ੁਰੂ ਕਰਦੇ ਹਾਂ ਇੱਕੋ ਆਸ ਜਾਂ ਇੱਕੋ ਹੋਪ ਹੁੰਦੀ ਹੈ ਮੇਰਾ ਵੀਜ਼ਾ ਆਵੇ, ਤੇ ਅੱਜ ਯੂਕੇ ਇਕਲੌਤਾ ਕੰਟਰੀ ਹੈ ਜਿਹੜਾ ਆਲਮੋਸਟ 100% ਵੀਜ਼ਾ ਤੇ ਚੱਲਦਾ ਪਿਆ ਹੈਗਾ। ਯੂਕੇ ਦੇ ਵਿੱਚ ਵੀਜ਼ਾ ਰਿਫਿਊਜ਼ਲ ਆਣਾ ਕਿਤੇ ਨਾ ਕਿਤੇ ਫਾਈਲਿੰਗ ਦੇ ਵਿੱਚ ਕਮੀ ਜਾਂ ਗਲਤ ਇਨਫੋਰਮੇਸ਼ਨ ਦੇਣਾ, ਓਕੇ ਜੀ, ਤੀਜਾ ਕੋਈ ਕਾਰਨ ਹੈ ਹੀ ਨਹੀਂ। ਕਿਉਂਕਿ ਹਾਲ ਦੀ ਘੜੀ ਯੂਕੇ ਕਾਉਂਸਲੇਟ ਇੰਟਰਵਿਊ ਨਹੀਂ ਲੈਂਦੀ ਪਈ, ਉਹਨਾਂ ਨੇ ਸਾਰਾ ਇੰਟਰਵਿਊ ਦਾ ਦਾਰੋਮਦਾਰ ਯੂਨੀਵਰਸਿਟੀਆਂ ਨੂੰ ਛੱਡਤਾ। ਹੁਣ ਯੂਕੇ ਦੇ ਵਿੱਚ ਬੱਚਾ ਖੱਜਲ ਕਿੱਥੇ ਹੋਏਗਾ? ਨੰਬਰ 1, ਜੇ ਇੱਕ ਪਾਰਟਿਕੂਲਰ ਲੋਕੇਸ਼ਨ ਵਾਸਤੇ ਹੀ ਅਪਲਾਈ ਕੀਤਾ ਹੋਏਗਾ, ਮੈਂ ਤਾਂ ਜਾਣਾ ਹੀ ਇੱਥੇ ਹੈ ਤੇ ਮੈਂ ਵੇਟ ਕਰਾਂਗਾ, ਉਹ ਵੇਟ ਇੰਨੀ ਕੁ ਲੰਬੀ ਬਣ ਜਾਏਗੀ, ਕੱਲ ਸੀਟਾਂ ਭਰਨ ਦਾ ਈਮੇਲ ਆ ਗਿਆ, ਫਿਰ ਬੱਚਾ ਕਹਿੰਦਾ ਯਾਰ ਏਜੰਟ ਨੇ ਆ ਨਹੀਂ ਕੀਤਾ, ਮੈਨੂੰ ਦੱਸਿਆ ਨਹੀਂ, ਮੈਂ ਕਿਤੇ ਹੋਰ ਜਾਣ ਨੂੰ ਵੀ ਤਿਆਰ ਸੀ। ਪਹਿਲੇ ਦਿਨ ਹੀ ਆਪਣੀ 2 ਤੋਂ 3 ਯੂਨੀਵਰਸਿਟੀਆਂ 'ਚ ਆਪਸ਼ਨ ਅਪਲਾਈ ਕਰਕੇ ਰੱਖੋ ਜੇ ਯੂਕੇ ਜਾਣਾ ਹੈ। ਸੈਕਿੰਡ, ਜੇ ਤੁਸੀਂ ਉਹ ਯੂਨੀਵਰਸਿਟੀ ਭਾਲਦੇ ਪਏ ਹੋ ਜਿਹੜਾ ਇੰਟਰਵਿਊ ਨਹੀਂ ਲੈਂਦਾ, ਹੁਣ ਉਹ ਯੂਨੀਵਰਸਿਟੀ ਜਿਹੜਾ ਇੰਟਰਵਿਊ ਨਹੀਂ ਲੈਂਦਾ ਐਗਜ਼ਿਸਟ ਨਹੀਂ ਕਰਦੀ, ਕਿਉਂਕਿ ਯੂਕੇ ਜਿਹੜਾ ਕੌਂਸੂਲੇਟ ਦਾ ਇਨਸਟਰਕਸ਼ਨਸ ਹੈਗਾ ਯੂਨੀਵਰਸਿਟੀਜ਼ ਨੂੰ, ਉਹ ਕਿਤੇ ਨਾ ਕਿਤੇ ਪੂਰੀ ਕੰਪਲਾਇੰਸ ਪੂਰੀ ਕਰਕੇ ਫਿਰ ਕੈਸ਼ ਦੇਣ ਦਾ ਇਨਸਟਰਕਸ਼ਨਸ ਹੈ। ਕਿਉਂ? ਕਿਉਂਕਿ ਯੂਕੇ ਵੀ ਆਈ ਨੇ ਆਪਣੀ ਇੰਟਰਵਿਊ ਵੇਵ ਕੀਤੀ ਹੋਈ ਹੈ, ਤੇ ਇਸੇ ਕਰਕੇ ਯੂਨੀਵਰਸਿਟੀਜ਼ ਇੰਟਰਵਿਊ ਲੈਂਦੀਆਂ ਪਈਆਂ ਨੇ। ਨੰਬਰ 3, ਵਿਦਆਊਟ ਆਇਲਸ। ਹਜੇ ਵੀ ਨਿਊਜ਼ਪੇਪਰ ਦੇ ਵਿੱਚ ਆਰਟੀਕਲ ਆਉਂਦੇ ਨੇ, ਅਖਬਾਰਾਂ 'ਚ ਐਡ ਆਉਂਦੀ ਹੈ ਵਿਦਆਊਟ ਆਇਲਸ ਯੂਕੇ ਜਾਓ, ਜਾਣਾ ਟੂਰਿਜ਼ਮ ਬੇਸ ਤੇ ਜਾਓ, ਟੂਰਿਸਟ ਵੀਜ਼ਾ ਲਾਓ, ਸਟੂਡੈਂਟ ਵੀਜ਼ਾ ਨਾਲ ਕਿਉਂ ਆਪਣੇ ਪੈਸਿਆਂ ਦਾ ਬੇੜਾ ਗਰਕ ਕਰਦੇ ਪਏ ਹੋ? ਜੀ ਜੀ ਜੀ, ਕਿਉਂਕਿ ਆਇਲਸ ਇੱਕ ਮੇਨ ਚੀਜ਼ ਅੱਜ ਦੀ ਡੇਟ 'ਚ ਬਣ ਚੁੱਕੀ ਹੈ ਬਾਹਰ ਜਾਣ ਪਿੱਛੇ। ਅੱਜ ਵੀ ਕੋਈ ਇਹੋ ਜਿਹਾ ਸਟੂਡੈਂਟ ਫਰਟਰਨਿਟੀ ਹੈ ਜਿਹੜੀ ਆਸ ਤੋਂ ਡਰਦੀ ਪਈ ਹੈ, ਤਾਂ ਆਪਣਾ ਕੰਟਰੀ ਡੈਸਟੀਨੇਸ਼ਨ ਚੰਗੀ ਤਰ੍ਹਾਂ ਲਓ, ਸਿੰਗਾਪੁਰ ਜਾਓ, ਸਾਈਪਰਸ ਜਾਓ, ਜਿੱਥੇ ਤੁਹਾਨੂੰ ਆਇਲਸ ਦੀ ਲੋੜ ਨਹੀਂ ਹੈਗੀ। ਅਗੇਨ ਗੱਲ ਉੱਥੇ ਹੀ ਆ ਜਾਂਦੀ ਹੈ, ਜੇ ਅੱਜ ਮੇਰੀ ਇੱਛਾ ਚੰਗੇ ਮੁਲਕ 'ਚ ਜਾਣ ਦੀ ਹੈ, ਮੈਨੂੰ ਉਹਦੇ ਕਾਬਲ ਵੀ ਬਣਨਾ ਪਏਗਾ। ਜੇ ਮੈਂ ਕਾਬਲ ਨਹੀਂ ਹੈਗਾ, ਪੈਸਾ ਖਰਚ ਕੇ ਚੀਜ਼ਾਂ ਦੇ ਕਾਬਲ ਹੋਣਾ ਚਾਹੁੰਦਾ, ਉਹ ਅੱਜ ਨਹੀਂ ਤਾਂ ਕੱਲ ਪਟਾਕਾ ਪੈਣਾ ਹੀ ਪੈਣਾ। ਬਿਲਕੁਲ ਬਿਲਕੁਲ। ਤੇ ਜਦ ਪਟਾਕਾ ਪੈਣਾ ਤੁਹਾਡੇ ਨਾਲ ਕਈ ਸਾਰੇ ਬੱਚਿਆਂ ਦਾ ਭਵਿੱਖ ਖਰਾਬ ਹੋਣਾ ਪਿੱਛੇ। ਤਾਂ 3 ਤਰ੍ਹਾਂ ਦੇ ਬੱਚੇ ਯੂਕੇ ਵਿੱਚ ਬਿਲਕੁਲ ਅਪਲਾਈ ਨਾ ਕਰਨ, ਟਾਈਮ ਖਰਾਬ ਹੋਏਗਾ। ਜੇ ਕਰਨਾ ਹੈ ਤਾਂ ਆਪਣੇ ਆਪ ਨੂੰ ਕਾਬਲ ਬਣਾ ਕੇ ਕਰੋ ਅਗਲੇ ਜਨਵਰੀ ਇਨਟੇਕ ਵਾਸਤੇ। ਜੀ, ਸੋ ਆਪਾਂ ਹੁਣ ਆਸਟ੍ਰੇਲੀਆ ਔਰ ਯੂਕੇ ਬਾਰੇ ਡਿਟੇਲ ਵਿੱਚ ਗੱਲ ਕਰ ਚੁੱਕੇ ਹਾਂ। ਸੋ ਮੈਂ ਉਮੀਦ ਕਰਦੀ ਹਾਂ ਜਿੰਨੇ ਵੀ ਦਰਸ਼ਕ ਖਾਸ ਤੌਰ ਤੇ ਸਟੂਡੈਂਟਸ ਇਹ ਸ਼ੋਅ ਵੇਖ ਰਹੇ ਨੇ ਜ਼ਰੂਰ ਇਹਨਾਂ ਗੱਲਾਂ ਨੂੰ ਸਮਝਣਗੇ ਔਰ ਸਹੀ ਤਰੀਕੇ ਨਾਲ ਹੀ ਤੁਸੀਂ ਜ਼ਰੂਰ ਅਪਲਾਈ ਕਰੋ। ਲਗਾਤਾਰ ਨੰਬਰ ਡਿਸਪਲੇ ਹੋ ਰਿਹਾ, ਇਸ ਉੱਪਰ ਕਾਲ ਕਰਕੇ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ESS ਗਲੋਬਲ ਦੇ ਆਫਿਸ ਆ ਕੇ ਤੁਸੀਂ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਓ ਤਾਂ ਕਿ ਸਹੀ ਤਰੀਕੇ ਨਾਲ ਵਧੀਆ ਡਿਸੀਜਨ ਲੈ ਕੇ ਜੋ ਹੈ ਤੁਸੀਂ ਅਪਲਾਈ ਕਰ ਸਕੋ। ਤੇ ਸਰ ਜ਼ਰੂਰ ਚਾਹੂੰਗੀ ਕਿ ਜਾਂਦੇ ਜਾਂਦੇ ਸਟੂਡੈਂਟਸ ਨੂੰ ਇੱਕ ਕੋਈ ਸੁਨੇਹਾ, ਕੋਈ ਮੈਸੇਜ, ਤਾਂ ਕਿ ਸਟੂਡੈਂਟਸ ਵਧੀਆ ਤਰੀਕੇ ਨਾਲ ਹੀ ਹਮੇਸ਼ਾ ਅਪਲਾਈ ਕਰਨ। ਦੇਖੋ, ਸਟੂਡੈਂਟ ਐਜ਼ ਅ ਕਸਟਮਰ ਸਭ ਤੋਂ ਸੁਪਰੀਮ ਹੈ, ਉਹਨੇ ਕਿੱਥੇ ਪੈਸਾ ਲਾਣਾ, ਕਿਹੜੀ ਕੰਟਰੀ ਜਾਣਾ ਹੈ, ਉਹ ਬਿਲਕੁਲ ਉਹ ਆਪ ਡਿਸਾਈਡ ਕਰਦਾ ਹੈ। ਪਰ ਜਿਹੜਾ ਕੰਟਰੀ ਪਹੁੰਚਣ ਦਾ ਪ੍ਰੋਸੈਸ ਹੈ ਉਹ ਜਿੰਨਾ ਟਰਾਂਸਪੇਰੈਂਟ ਹੋਏਗਾ ਤੁਹਾਡਾ ਪੈਸਾ ਤੇ ਟਾਈਮ ਓਨਾ ਹੀ ਬਚੇਗਾ। ਉਹਨੇ ਤੁਹਾਡੀ ਜ਼ਿੰਮੇਵਾਰੀ ਹੈ ਆਪਣੇ ਆਪ ਨੂੰ ਜਾਗਰੂਕ ਰੱਖਣਾ ਤੇ ਹਰ ਪਾਸਿਓਂ ਚੀਜ਼ਾਂ ਨੂੰ ਖੰਗਾਲਣਾ। ਤੁਹਾਡੀ ਹਾਂ 'ਚ ਜਿਹੜਾ ਹਾਂ ਮਿਲਾਉਂਦਾ ਪਿਆ ਉਹ ਤੁਹਾਡਾ ਸੱਚਾ ਸਾਥੀ ਕਦੇ ਨਹੀਂ ਹੋ ਸਕਦਾ। ਜਿਹੜੀ ਤੁਹਾਡੀ ਕਮੀਆਂ ਦਿਖਾ ਕੇ ਉੱਤੇ ਵਰਕਆਊਟ ਕਰਦਾ ਪਿਆ ਉਹੀ ਤੁਹਾਡੀ ਇਹ ਜਰਨੀ ਸਮੂਥ ਕਰ ਸਕੇਗਾ। ਇਸੇ ਕਰਕੇ 14 ਤਰੀਕ ਤੋਂ ਲੈ ਕੇ 20 ਤਰੀਕ ਤੱਕ ESS ਗਲੋਬਲ ਲੈ ਕੇ ਆ ਰਿਹਾ ਸੈਮੀਨਾਰਸ ਦੀ ਲੜੀ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ। ESS ਦੇ ਆਪਣੇ ਆਫਿਸ ਦੇ ਵਿੱਚ ਜਿਹੜੇ ਸੈਮੀਨਾਰ ਹੋਣ ਲੱਗੇ ਨੇ, ਫੋਕਸ ਹੈ ਆਸਟ੍ਰੇਲੀਆ UK ਫॉर ਅਪਕਮਿੰਗ ਇਨਟੇਕ ਅਕਤੂਬਰ, ਨਵੰਬਰ ਔਰ ਜਨਵਰੀ। ਤੁਹਾਡੇ ਦਿਮਾਗ 'ਚ ਕੋਈ ਵੀ ਸਵਾਲ ਹੈਗਾ ਆਪਣੀ ਪ੍ਰੋਫਾਈਲ ਨੂੰ ਲੈ ਕੇ, ਆਪਣੇ ਮੈਰਿਜ ਨੂੰ ਲੈ ਕੇ, ਨਵਾਂ ਵਿਆਹ ਹੈ ਕਿ ਤੁਸੀਂ ਜਾ ਸਕਦੇ ਹੋ ਕਿ ਨਹੀਂ ਜਾ ਸਕਦੇ, ਜਾਂ ਬੱਚਿਆਂ ਨਾਲ ਸੈਟਲਮੈਂਟ ਸੋਚਦੇ ਪਏ ਹੋ, ਬਾਹਰਲੇ ਮੁਲਕ 'ਚ ਕਿਹੜੇ ਕਿਹੜੇ ਰਾਹ ਬਣਦੇ ਨੇ, ਤਾਂ ਇਸ ਸੈਮੀਨਾਰ ਨੂੰ ਮਿਸ ਨਾ ਕਰਨਾ। 14 ਤਰੀਕ ਤੋਂ ਲੈ ਕੇ 20 ਤਰੀਕ ਤੱਕ ਡਿਟੇਲ ਆਫ ਸਿਟੀਜ਼ ਤੁਹਾਨੂੰ ESS ਦੇ ਫੇਸਬੁੱਕ ਪੇਜ ਤੇ ਮਿਲ ਜਾਏਗਾ ਤੇ 90419 90419 ਤੇ ਕਾਲ ਕਰਕੇ ਤੁਸੀਂ ਆਪਣਾ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਸੈਮੀਨਾਰਸ ਵਾਸਤੇ।
जी बिल्कुल। सो 14 अगस्त तो लैके 20 अगस्त तक सैमीनार्स ऑर्गेनाइज करवाए गए हैं ESS ग्लोबल वालों। तुसी भी इसका हिस्सा बन के सही डिसीजन लैके टाइमली जो है अपना वीज़ा हासिल कर सकते हो। सो बहुत बहुत धन्यवाद सर तुहाडा कि तुसी शो विच आके सारी जानकारी थैंक यू जी दर्शਕਾਂ ਨਾਲ ਸਾਂਝੀ ਕੀਤੀ ਹੈ। ਪਰ ਜਾਣ ਤੋਂ ਪਹਿਲਾਂ ਤੁਹਾਨੂੰ ਮਿਲਵਾਣੇ ਉਹਨਾਂ ਸਟੂਡੈਂਟਸ ਦੇ ਨਾਲ ਜਿਨ੍ਹਾਂ ਨੇ ESS ਗਲੋਬਲ ਤੋਂ ਆਪਣੀ ਫਾਈਲ ਪ੍ਰੋਸੈਸ ਕਰਵਾਈ, ਉਹਨਾਂ ਦੇ ਸਟੱਡੀ ਵੀਜ਼ਾ ਆ ਚੁੱਕੇ ਨੇ। ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਉਹਨਾਂ ਦੀ ਜ਼ੁਬਾਨੀ ਹੀ ਜਾਣਦੇ ਹਾਂ। Myself, Amita Kaur, and I got my Australian study visa for Masters in International Affairs. I visited the ESS Global office in March, and I got my visa within a week. So I do recommend everyone to have a visit once before applying anywhere else. They provide very good service. My name is Kirti, and I am in Chandigarh with ESS Global. Today I am here to share my experience with them, and I would like to tell you all that I have a great experience. Even though I received my visa within 3 days, after having a huge gap, like I received an Australia visa after completing my BTech in 2017. I have a gap for 4 years, but the ESS Global had worked really amazing that I have received it, and I'm really happy. I would like to personally recommend you all to once came to ESS and consult with Harvinder sir. He's really amazing. Thank you so much. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਲਵਪ੍ਰੀਤ ਕੌਰ ਹੈ। ਮੈਂ ਧੌਲਾ ਪਿੰਡ ਤੋਂ ਬਿਲੋਂਗ ਕਰਦੀ ਹਾਂ। ਮੈਂ ESS ਵਾਲਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਇੱਥੋਂ ਮੇਰਾ ਆਸਟ੍ਰੇਲੀਆ ਦਾ ਵੀਜ਼ਾ ਫਾਈਲ ਔਨਮੈਂਟ ਹੋਣ ਤੋਂ ਬਾਅਦ 20 ਦਿਨਾਂ ਦੇ ਵਿੱਚ ਹੀ ਆ ਗਿਆ। ਤੇ ਇਹਨਾਂ ਦਾ ਸਟਾਫ ਹੈ ਜਿਹੜਾ ਉਹ ਬਹੁਤ ਜ਼ਿਆਦਾ ਕੋਆਪਰੇਟ ਹੈ ਕਿਉਂਕਿ ਮੈਨੂੰ ਡਿਸਟੈਂਸ ਬਹੁਤ ਜ਼ਿਆਦਾ ਦੂਰ ਪੈਂਦਾ ਸੀ ਤੇ ਇਹਨਾਂ ਨੇ ਮੈਨੂੰ ਇੰਨੀਆਂ ਜ਼ਿਆਦਾ ਸਰਵਿਸਿਜ਼ ਵਧੀਆ ਪ੍ਰੋਵਾਈਡ ਕੀਤੀਆਂ ਕਿ ਮੈਨੂੰ ਘਰੇ ਬੈਠ ਕੇ ਹੀ ਆਪਣਾ ਵੀਜ਼ਾ ਜਿਹੜਾ ਉਹ ਗ੍ਰਾਂਟ ਹੋ ਗਿਆ ਸਿਰਫ 20 ਦਿਨਾਂ ਦੇ ਵਿੱਚ। ਥੈਂਕ ਯੂ। Hello, my name is Saranpreet Kaur. I visited ESS Global for my Australian study permit, and this is the best place for your visa queries. मेरी फ़ाइल बहुत ही ज़्यादा कॉम्प्लेक्स थी। लाइक आई डिड इन डिप्लोमा इन 2015 एंड 16 फ्रॉम कैनेडा, तो उस वजह से कुछ इश्यूज़ थे कि मेरे को काफ़ी जगह से ऐसा हो रहा था कि नहीं मेरी फ़ाइल नहीं लगेगी, बट ESS दे गिव मी द कॉन्फिडेंस, एंड टुडे हियर आई गॉट माई वीज़ा एंड आई एम सो लकी दैट ESS विल हेल्प मी। मुझे ज़्यादा कॉल्स करने की ज़रूरत नहीं पड़ी, मुझे ज़्यादा वेट करने की ज़रूरत नहीं पड़ी। मेरा हर काम मेरी ऑफर लेटर से लेके मेरे वीज़ा आने तक इतना स्मूथली चला कि मेरा वीज़ा कब आ गया आई डोंट नो। एंड जब मुझे मैसेज आया आई वाज इवन शॉक कि सच में मेरा वीज़ा आ सकता है या नहीं, बिकॉज आई वाज रिफ्यूज्ड 3 times from the another country, but I don't want to miss this. But still I have this thing in my hand today just because of the ESS Global and their staff. So I want, and I'm not fakely request to everyone, but genuinely to request to everyone, those who want to make their life better future, eyes बंद करके आओ ESS Global, and सच में आपके को ना तो पैसे बनने देंगे और ना ही आपको जिंदगी में कोई भी ना चाहिए। Thank you so much to everyone. ਮਾਈਸੈਲਫ ਰਮਨਪ੍ਰੀਤ ਪੁੰਨੀ। ਸੋ ਮੇਰੇ ਹਬੀ ਨੇ ESS ਗਲੋਬਲ ਤੋਂ ਫਾਈਲ ਲਗਵਾਈ ਸੀ, ਉਹਨਾਂ ਨੇ ਸਟੱਡੀ ਵੀਜ਼ੇ ਦੀ, ਐਂਡ ਹੁਣ ਮੈਂ ਆਪਣੀ ਬੇਟੀ ਦਾ ESS ਗਲੋਬਲ ਤੋਂ ਫਾਈਲ ਲਗਵਾਈ ਹੈ, ਐਂਡ ਸਾਡਾ ਵੀਜ਼ਾ ਵੀ ਸਕਸੈਸਫੁਲ ਹੋਇਆ। ਤੇ ਮੈਂ ਸਾਰਾ ਰਿਕਮੈਂਡ ਕਰਦੇ ਕਿ ਤੁਸੀਂ ਵੀ ਇੱਥੇ ਆਓ, ਆਪਣੀ ਫਾਈਲ ਲਗਵਾਓ ਸਾਰੇ ਜਣੇ ਆ ਕੇ। ਸਤਿ ਸ਼੍ਰੀ ਅਕਾਲ ਜੀ, ਮੈਂ ਕਰਨਵੀਰ ਸਿੰਘ ਰਾਮਪੁਰਾ ਤੋਂ ਬਿਲੋਂਗ ਕਰਦਾ ਤੇ ਮੇਰਾ ਅੱਜ ਕੈਨੇਡਾ ਦਾ ਸੈਪਟੈਂਬਰ ਇਨਟੇਕ ਲਈ ਵੀਜ਼ਾ ਅਪਰੂਵ ਹੋਇਆ, ਐਂਡ ਮੈਂ ESS ਗਲੋਬਲ ਵਿਜ਼ਿਟ ਕੀਤਾ ਸੀ ਆਪਣੇ ਵੀਜ਼ਾ ਲਈ। ਤੇ ਮੇਰੀ ਪ੍ਰੋਫਾਈਲ ਵਿੱਚ ਮਤਲਬ ਐਟਲੀਸਟ 3 ਸਾਲ ਦਾ ਗੈਪ ਸੀਗਾ ਤੇ ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ, ਸਪੈਸ਼ਲੀ ਇੱਕ ਫੈਮਿਲੀ ਮੈਂਬਰ ਦੇ ਵਾਂਗੂ ਇਹਨਾਂ ਨੇ ਹਰ ਇੱਕ ਸਟੈਪ ਤੇ ਮੈਨੂੰ ਗਾਈਡ ਕੀਤਾ। ਤੇ ਮੈਂ ਸਾਰਿਆਂ ਨੂੰ ਰਿਕਮੈਂਡ ਕਰਦਾ ਕਿ ਸਾਰੇ ESS ਗਲੋਬਲ ਜਾ ਕੇ ਇੱਕ ਵਾਰ ਇਹਨਾਂ ਤੋਂ ਕਾਉਂਸਲਿੰਗ ਫ੍ਰੀ ਲੈਣ ਤਾਂ ਕਿ ਤੁਸੀਂ ਆਪਣਾ ਬਾਹਰ ਜਾਣ ਦਾ ਸੁਪਨਾ ਜ਼ਰੂਰ ਪੂਰਾ ਕਰੋ। ਤੇ ਮੈਂ ਇਹਨਾਂ ਤੋਂ ਬਹੁਤ ਖੁਸ਼ ਹਾਂ। ਮੇਰਾ ਨਾਮ ਸੁਪ੍ਰੀਤ ਕੌਰ ਹੈ ਤੇ ਮੈਂ ਸਾਕੋਟ ਸਿਟੀ ਤੋਂ ਬਿਲੋਂਗ ਕਰਦੀ ਹਾਂ। ਮੈਂ ਆਪਣੀ +2 2020 ਚ ਪਾਸ ਆਊਟ ਕੀਤੀ ਸੀ ਤੇ ਮੈਂ ਕੈਨੇਡਾ ਸਟੱਡੀ ਕਰਨਾ ਚਾਹੁੰਦੀ ਸੀ, ਬਟ ਮੇਰੇ 2 ਸਾਲ ਦੇ ਗੈਪ ਕਰਕੇ ਮੈਨੂੰ ਸਾਰਿਆਂ ਨੇ ਕਿਹਾ ਸੀ ਵੀ ਤੇਰਾ ਵੀਜ਼ਾ ਨਹੀਂ ਲੱਗ ਸਕਦਾ। ਦੈਨ ਮੇਰੇ ਅੰਕਲ ਨੇ ਮੈਨੂੰ ਰਿਕਮੈਂਡ ਕੀਤਾ ਕਿ ਤੂੰ ESS ਗਲੋਬਲ ਵਿਜ਼ਿਟ ਕਰ ਤੇ ਉੱਥੇ ਆਪਣੀ ਪ੍ਰੋਫਾਈਲ ਸ਼ੋ ਕਰ। ਮੈਂ ਉੱਥੇ ਗਈ, ਸਾਰੇ ਸਟਾਫ ਨੂੰ ਮਿਲੀ, ਉਹਨਾਂ ਨੇ ਮੈਨੂੰ ਕਿਹਾ ਵੀ ਤੇਰੇ ਇਸੇ ਗੈਪ ਦੇ ਨਾਲ ਹੀ ਵੀਜ਼ਾ ਲੱਗ ਸਕਦਾ ਹੈ, ਤੇ ਅੱਜ ਮੇਰਾ ਵੀਜ਼ਾ ਆ ਚੁੱਕਾ ਹੈ। ਸੋ ਮੈਂ ਸਾਰਿਆਂ ਨੂੰ ਰਿਕਮੈਂਡ ਕਰਦੀ ਹਾਂ ਕਿ ਤੁਸੀਂ ਸਾਰੇ ESS ਗਲੋਬਲ ਜਾਓ, ਵਿਜ਼ਿਟ ਕਰੋ ਤੇ ਆਪਣਾ ਵੀਜ਼ਾ ਲਗਵਾਓ। Myself Supreet Kaur, I am from Geda, the district Fatehgarh Sahib. I have done my graduation in arts. After that, I have done my job as office assistant, and I plan for my further study in UK, and I have visited ESS Global Chandigarh. They have recommended me very valuable information, and I applied my spouse visa, and today I received my visa within 25 days. I really thank ESS Global, especially Harpreet ma'am and Konika ma'am. They helped me at each and every step in my process. Thank you.
ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।